दीदी मलकीत जी ने खाना लगाता है, चलो आप डिनर करने चलते हैं। उदों तक रणवीर भी आ जाएगा। हाँ हाँ रणवीर पुत्र आ जाए। रणवीर पुत्र आ गया तू? चल डिनर करने चलते हैं। आज मैं तेरा फेवरेट पालक पनीर बनाया। वाओ फाइनली आज रूपी दे हाथ दा पालक पनीर खाण नूं मिलेगा। मैं तो आज रोटियां भी ज्यादा ही खाऊंगी। जिन्नियां मर्जी खा लियो दीदी। देशो ਤੁਸੀਂ ਸਭ ਇਹਨੇ हैरान क्यों हो रही? की होया? तू इत्थे की कर रही है देशो? ये मेरा भी घर है, मैं इत्थे आ नहीं सकती। हाँ हाँ तेरा घर आ, तू भी आ बैठ। मेरा मतलब है तू इस घर दी नूंह है, हाँ सकती है। शुक्रिया मासी जी, थानू तो याद आई गल। देख ये साडा डिनर टाइम है ते असीं किसी तरह की कोई इंटरफेरेंस नहीं चाहते ते ना ही किसी तरह की कोई बहस करना चाहते हैं। बेहतर यही होएगा कि तू इत्थों चली जाए। तुसी शायद सुनिया नहीं, ये मेरा भी घर है, मैं तो किते नहीं जाऊंगी। की होया? मेरा पूरा हक है इस घर विच रहन दा। आखिर मैं इस घर दी नूंह हां। ਤੁਸੀਂ ਇਹ ਹੱਕ ਨਾ ਉਸੇ ਦਿਨ ਗਵਾਤਾ ਸੀ ਜਦੋਂ ਤੁਸੀਂ ਇਹ ਘਰ ਛੱਡ ਕੇ ਗਏ ਸੀ। मैं इस घर की दहलीज इस करके पार की थी क्योंकि पहला मैं अरमान की घर वाली सी, फिर मैं तुहाडी घर वाली सी। इस दौरान मेरी अपनी पहचान की सी ये तो मैं भुल ही गई सी। देशप्रीत कौर का वजूद की सी, वो कल्ली की कर सकती। हाँ मैनू अपने आप को पहचानने च वक्त लग्या, ये जानने च वक्त लग्या कि मैं की कर सकती हूँ। ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਤੁਸੀਂ ਕੌਣ, ਤੁਹਾਡੀ ਪਹਿਚਾਣ ਕੀ ਹੈ। ਇਨਫੈਕਟ ਹੁਣ ਤਾਂ ਤੁਸੀਂ ਬਹੁਤ ਅਮੀਰ ਵੀ ਹੋਗੇ ਤੇ ਮੈਂ ਜਾਣ ਸਕਦਾ ਕਿ ਤੁਸੀਂ ਵਾਪਸ ਕਿਉਂ ਆਏ। ਆਈ ਮੀਨ ਹੁਣ ਤਾਂ ਤੁਹਾਨੂੰ ਮੇਰੇ ਜਾਂ ਕਿਸੇ ਹੋਰ ਦੇ ਸਹਾਰੇ ਦੀ ਕੋਈ ਲੋੜ ਵੀ ਨਹੀਂ ਹੈ। हाँ मैं अपनी पहचान बना ली। हुण मैनू पता है कि मैं इस दुनिया का सामना इकल्ली कर सकती हूँ, पर इस दे नाल मैनू ये एहसास भी होया मेरी ये पहचान अधूरी है, मेरे अपनियां तो बिना, मेरे परिवार तो बिना। थे इसलिए हुण यही रिश्ते निभाउण वापस आई मैं। ਵਾਹ ਹਾਊ ਕਨਵੀਨੀਐਂਟ ਆ। ਜਦੋਂ ਜੋ ਦਿਲ ਕੀਤਾ ਉਹ ਕਰੋ। ਜਦੋਂ ਤੁਹਾਡਾ ਮਨ ਕੀਤਾ ਕਿ ਤੁਸੀਂ ਆਪਣੀ ਪਹਿਚਾਣ ਲੱਭਣੀ ਹੈ ਤੁਸੀਂ ਚਲੇ ਗਏ ਤੇ ਹੁਣ ਜਦੋਂ ਬਾਹਰੀ ਦੁਨੀਆ ਤੋਂ ਬੋਰ ਹੋ ਗਏ ਤੇ ਤੁਸੀਂ ਵਾਪਸ ਇਸ ਘਰ ਚ ਆ ਗਏ। ਪਰ ਜਦੋਂ ਤੁਸੀਂ ਆਪਣੀ ਇਹ ਪਹਿਚਾਣ ਲੱਭਣ ਗਏ ਸੀ ਨਾ ਤੁਸੀਂ ਬਹੁਤ ਸਾਰਿਆਂ ਲੋਕਾਂ ਦਾ ਦਿਲ ਵੀ ਤੋੜਿਆ। ਜਦੋਂ ਤੁਸੀਂ ਇੱਥੇ ਨਹੀਂ ਸੀ ਨਾ ਅਸੀਂ ਆਪਣੇ ਟੁੱਟੇ ਦਿਲਾਂ ਦੇ ਨਾਲ ਤੇ ਦਰਦ ਨੂੰ ਆਪਣੇ ਸੀਨੇ 'ਚ ਦਬਾ ਕੇ ਨਾ ਜੀਣਾ ਸਿੱਖ ਲਿਆ। ਹੁਣ ਮੈਨੂੰ ਜਾਂ ਇਸ ਘਰ ਨੂੰ ਤੁਹਾਡੀ ਕੋਈ ਜ਼ਰੂਰਤ ਨਹੀਂ। ठीक है, तुहाडे कोल हुण दो रास्ते, या तो मैनू अपने इस घर विच अपना लो या मैं तुहाडे घर दे बाहर खड़ के उन्नी देर तक तुहाडा इंतजार करूंगी जदों तक तुसी मैनू अपना नहीं लेंगे। ਤੁਸੀਂ ਮੈਨੂੰ ਧਮਕੀ ਦੇ ਰਹੇ ਹੋ? नहीं, मैं तो बस अपनी कीती हुई गलती का पछतावा कर रही, चाहे ओदे लई फिर मैनू किन्नी देर ना तुहाडे घर दे बाहर खड़े होना पवे। ਤੁਸੀਂ ਜਦੋਂ ਮਰਜ਼ੀ ਤੱਕ ਬਾਹਰ ਖੜੇ ਰਹੋ ਪਰ ਮੈਂ ਜਾਂ ਮੇਰੇ ਪਰਿਵਾਰ 'ਚੋਂ ਕੋਈ ਵੀ ਤੁਹਾਨੂੰ ਇਸ ਘਰ 'ਚ ਵਾਪਸ ਐਕਸੈਪਟ ਨਹੀਂ ਕਰੇਗਾ। रणवीर सर, ये सब तुसी आप चुनिया। हुण चाहे जिन्नी भी देर हो जावे मैं तुहाडे घर दे बाहर ही खड़ी हां। रुक जा देशो।
ਦੇਸ਼ੋ ਇਸ ਘਰ ਦੀ ਨੂੰਹ ਹੈ। ਹੋਗੇ ਤੁਸੀਂ ਸਾਰੇ ਮਾਡਰਨ ਖਿਆਲਾਂ ਦੇ, ਪਰ ਮੈਂ ਹਲੇ ਵੀ ਪੁਰਾਣੇ ਵਿਚਾਰਾਂ ਦੀ ਆ। ਮੈਂ ਆਪਣੇ ਘਰ ਦੀ ਨੂੰਹ ਨੇ ਤਾਂ ਬਾਹਰ ਖੜੇ ਨਹੀਂ ਹੋਣ ਦੇ ਸਕਦੀ। ਸਮਾਜ ਕੀ ਕਹੇਗਾ? ਮਾਸੀ ਜੀ, ਤੁਹਾਨੂੰ ਲੱਗਦਾ ਕਿ ਮੈਨੂੰ ਸਮਾਜ ਦੇ ਨਾਲ ਫਰਕ ਪੈਂਦਾ ਹੈ? ਮੈਨੂੰ ਉਦੋਂ ਵੀ ਸਮਾਜ ਨਾਲ ਕੋਈ ਫਰਕ ਨਹੀਂ ਪਿਆ ਸੀ ਜਦੋਂ ਇਹ ਘਰ ਛੱਡ ਕੇ ਗਏ ਸੀ, ਤੇ ਹੁਣ ਵੀ ਨਹੀਂ ਪਾਏਗਾ। ਜੋ ਦੇਸ਼ੋ ਨੇ ਕੀਤਾ ਉਹ ਗਲਤ ਸੀ, ਪਰ ਮੈਂ ਆਪਣੇ ਘਰ ਦੀ ਨੂੰਹ ਨੂੰ ਇਦਾਂ ਬਾਹਰ ਖੜੇ ਨਹੀਂ ਹੋਣ ਦੇ ਸਕਦੀ। ਘਰ ਦੀ ਵੱਡੀ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਹੁਕਮ ਦੇਣੀ ਆ ਕਿ ਤੁਸੀਂ ਇਹਨੂੰ ਪੂਰੀ ਇੱਜ਼ਤ ਦੇ ਨਾਲ ਐਕਸੈਪਟ ਕਰੋ। ਨਹੀਂ ਮਾਸੀ ਜੀ, ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਾਂਗਾ। ਤੁਸੀਂ ਆਪਣਾ ਸਮਾਨ ਲਓ ਤੇ ਨਿਕਲੋ ਇੱਥੋਂ। नहीं सर। ਪਲੀਜ਼ ਮੇਰੇ ਘਰ ਤੋਂ ਨਾ ਨਿਕਲੋ, ਨਹੀਂ ਤਾਂ ਮੈਨੂੰ ਤੁਹਾਡਾ ਸਮਾਨ ਬਾਹਰ ਸੁੱਟਣਾ ਪੈਣਾ। छोड़ दो। ਸਟਾਪ। ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਕਿ ਤੂੰ ਇਸ ਘਰ ਦੀ ਨੂੰਹ ਹੈ। ਆਈ ਹੋਪ ਕਿ ਤੈਨੂੰ ਵੀ ਪਤਾ ਹੋਏਗਾ ਕਿ ਇੱਕ ਨੂੰਹ ਤੇ ਇੱਕ ਵਾਈਫ ਦੀਆਂ ਰਿਸਪੌਂਸਿਬਿਲਿਟੀਜ਼ ਕੀ ਹੁੰਦੀਆਂ। ਅਸੀਂ ਹਾਲੇ ਤੱਕ ਇਹ ਨਹੀਂ ਭੁੱਲੇ ਕਿ ਤੇਰੇ ਕਰਕੇ ਸਾਡੇ ਪੁੱਤਰ ਤੇ ਸਾਡੇ ਬਿਜ਼ਨਸ ਤੇ ਕੀ ਅਸਰ ਹੋਇਆ ਹੈ। ਮੈਨੂੰ ਉਮੀਦ ਹੈ ਕਿ ਤੂੰ ਇਹ ਸਭ ਸਮਝਦੀ ਹੈ ਤੇ ਇਹਨਾਂ ਦੋਵਾਂ ਨੂੰ ਇਸ ਚੀਜ਼ ਤੋਂ ਬਾਹਰ ਕੱਢੇਂਗੀ। तुसी फिक्र ना करो, मैं इसीलिए वापस आई। ਬੀਬੀ, ਮੈਂ ਨਾ ਪੂਰੀ ਤਸੱਲੀ ਕਰ ਲਈ ਹੈ ਕਿ ਦੇਸ਼ੋ ਕੋਲੋਂ ਸਾਰੇ ਰਿਕਾਰਡਸ ਲੁਕੇ ਰਹਿਣ। ਉਹਨਾਂ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ। ਚੱਲ ਚਲੀਏ, ਘਰ ਚੱਲਦੇ ਆਂ ਤੇ ਰਿਲੈਕਸ ਕਰਦੇ ਆਂ। ਸਭ ਕੁਝ ਲੁਕਿਆ ਉਹਦੇ ਕੋਲ, ਤੂੰ ਟੈਨਸ਼ਨ ਨਾ ਲੈ। ठीक है, पर मैं घर नहीं जा रही। ਘਰ ਨਹੀਂ ਜਾ ਰਹੀ? ਫਿਰ ਤੂੰ ਕਿੱਥੇ ਜਾ ਰਹੀ? मैं सारी रात ना इत्थे रुकूंगी। ਇੱਥੇ ਕਿਉਂ ਸਿੰਪਲ? तुस तो अपनी तसल्ली कर ली, पर मैं अपनी तसल्ली हले करनी है कि वो देशो इत्थे वापस ना आ जाए। ते मैं इत्थे सारी रात रुक के ना फाइल्स ते रिकॉर्ड रेडी करने जो आपां कल देशो नूं दिखाने हैं। ਸਿੰਪਲ, ਦੇਸ਼ੋ ਨੂੰ ਬੇਵਕੂਫ ਬਣਾਉਣਾ ਇੰਨਾ ਆਸਾਨ ਨਹੀਂ ਹੈ। ਤੇ ਤੈਨੂੰ ਕੀ ਲੱਗਦਾ ਉਹ ਇਹ ਚੀਜ਼ਾਂ ਵੱਲ ਦੇਖੂਗੀ? ਜਮਾ ਹੀ ਨਹੀਂ। ਉਹਨੂੰ ਆਪਣੀ ਕੰਪਨੀ ਬਾਰੇ ਇੱਕ ਇੱਕ ਚੀਜ਼ ਦਾ ਪਤਾ ਵਾ। ਜੋ ਸਾਡੀ ਪਰਫਾਰਮੈਂਸ ਚੱਲ ਰਹੀ ਹੈ ਉਹਨੂੰ ਕੀ ਪੂਰੀ ਮਾਰਕੀਟ ਨੂੰ ਪਤਾ ਹੈ। आई नो अरमान कि तुसी थके हुए हो और तुहानू रेस्ट दी बहुत ज़्यादा लोड़ है, पर मैं इत्थे रुक के ना मेक श्योर करना चाहनी हाँ कि देशो सानू इन्वेस्टमेंट दे सके, इसलिए मैं सारियां फाइल्स रेडी कर दियां ने। आई नो कि रणवीर ना ਉਹਦੇ ਨਾਲ ਬਹੁਤ ਜ਼ਿਆਦਾ ਨਾਰਾਜ਼ ਹੈ ਤੇ ਉਹਦੇ ਨਾਲ ਪਾਰਟਨਰਸ਼ਿਪ ਕਰਨ ਲਈ ਕਦੇ ਰੈਡੀ ਨਹੀਂ ਹੋਏਗਾ, ਪਰ ਸਾਨੂੰ ਉਹਦੇ ਉੱਤੇ ਨਾ ਦਬਾਅ ਪਾਣਾ ਪੈਣਾ ਤਾਂ ਕਿ ਸਾਡੀ ਇਸ ਕੰਪਨੀ 'ਚ ਇਨਵੈਸਟਮੈਂਟ ਕਰ ਸਕੇ। ਐਂਡ ਆਮ ਸ਼ੋਰ ਉਹ ਕਰੇਗੀ ਵੀ। ਪਰ ਸਿੰਪਲ ਉਹ ਕਿਉਂ ਕਰੂਗੀ? ਕਿਉਂਕਿ ਉਹ ਇਸ ਕੰਪਨੀ ਨੂੰ ਨਾ ਬਚਾਉਣਾ ਚਾਹੁੰਦੀ ਹੈ। ਹਜੇ ਵੀ ਉਹ ਇਮੋਸ਼ਨਲ ਫੂਲ ਹੀ ਹੈ। ਇਹ ਤਾਂ ਗੱਲ ਤੇਰੀ ਬਿਲਕੁਲ ਠੀਕ ਹੈ। ਸੋ ਆਈ ਨੋ, ਇਸ ਲਈ ਨਾ ਸਾਨੂੰ ਆਪਣੇ ਵੱਲੋਂ ਮੇਕ ਸ਼ੋਰ ਕਰਨਾ ਪੈਣਾ ਆ ਕਿ ਅਸੀਂ ਸਾਰੀ ਤਿਆਰੀ ਕਰਕੇ ਰੱਖੀਏ ਤੇ ਉਹਨੂੰ ਸਾਡੀ ਇਸ ਕੰਪਨੀ ਦੇ ਵਿੱਚ ਇਨਵੈਸਟਮੈਂਟ ਕਰਨੀ ਪਵੇ। ਮੈਂ ਅੱਜ ਰਾਤੀ ਰੋਕ ਕੇ ਨਾ ਸਾਰੇ ਰਿਕਾਰਡ ਸਾਰੇ ਫਾਈਲਸ ਨਾ ਪੌਸ਼ ਕਰ ਦੇਣੇ ਆ। ਤੇ ਨਾਲੇ ਇੱਕ ਹੋਰ ਗੱਲ ਇੰਪੋਰਟੈਂਟ ਹੈ, ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਉਹ ਰਿਕਾਰਡਸ ਸੇਫ ਰਹਿਣ। ਮੈਨੂੰ ਉਹਨਾਂ ਦੀ ਰਾਖੀ ਕਰਨੀ ਪੈਣੀ ਅੱਜ ਰਾਤ ਨੂੰ। यार बेबी, तू इतना स्ट्रेस क्यों ले रही है? हाँ देख, तू वैसे ही बहुत थकी हुई है। तू चल मेरे नाल घर चलते हैं ਆਪਾਂ। ਨਹੀਂ, ਸਾਡੇ ਦੋਵਾਂ ਵਿੱਚ ਕਿਸੇ ਇੱਕ ਨੂੰ ਤਾਂ ਰੁਕਣਾ ਹੀ ਪੈਣਾ ਨਾ ਇੱਥੇ। ਇੱਕ ਕੰਮ ਹੀ ਕਰੋ, ਮੇਰੀ ਜਗ੍ਹਾ ਤੇ ਤੁਸੀਂ ਰੁਕ ਜਾਓ ਇੱਥੇ। मैं? ਹਾਂ, ਤੁਸੀਂ ਰੁਕ ਜਾਓ। ਸਾਡੇ ਦੋਵਾਂ ਵਿੱਚ ਕਿਸੇ ਨਾ ਕਿਸੇ ਨੂੰ ਤਾਂ ਰੁਕਣਾ ਪੈਣਾ ਨਾ ਇੱਥੇ। मैं भी थकिया होया हाँ। ਪਰ ਅਰਮਾਨ, ਤੁਸੀਂ ਮੈਨੂੰ ਕਿਹਾ ਸੀਗਾ ਨਾ ਕਿ ਤੁਸੀਂ ਉਸ ਦੇਸ਼ੋਂ ਨੂੰ ਮੇਰੇ ਤੋਂ ਨਹੀਂ ਜਿੱਤਣ ਦੋਗੇ, ਤੇ ਹੁਣ ਤੁਸੀਂ ਮੇਰੀ ਇੰਨੀ ਜਿਹੀ ਗੱਲ ਨਹੀਂ ਮੰਨੋਗੇ। ठीक है, तेरा काम आ ब्रिलियंट आइडियाज लेके आना ते मेरा उन्हां ते वर्क करना। हुण ऑब्वियस जी गल है, जो तू कहेंगी वो तो मैं करूंगा ही। ਗੁੱਡ, ਤੇ ਤੁਸੀਂ ਇੱਥੇ ਬੈਠ ਕੇ ਨਾ ਸਾਰੀਆਂ ਫਾਈਲਸ ਰੈਡੀ ਕਰੋ। ਮੈਂ ਜਾਂਦੀ ਹਾਂ। ਬਾਏ, ਟੇਕ ਕੇਅਰ। सर, ਤੁਸੀਂ ਸੱਚੀ ਇੱਥੇ ਪੂਰੀ ਰਾਤ ਰੁਕਣ ਵਾਲੇ ਹੋ? मेरे को और कोई ऑप्शन ही नहीं है। मैंने मैं ना कदी कदी सोचता हाँ
ਕਿ ਉਹ ਚਾਹੁੰਦੀ ਕੀ ਹੈ, ਉਹਦੇ ਮੇਰੇ ਵੱਲ ਧਿਆਨ ਹੈ ਵੀ ਕਿ ਨਹੀਂ। 24 ਘੰਟੇ ਧਿਆਨ ਉਹਦਾ ਪੈਸਿਆਂ 'ਚ ਰਹਿੰਦਾ ਹੈ ਜਾਂ ਇਹ 'ਚ ਰਹਿੰਦਾ ਕਿ ਦੇਸ਼ੋਂ ਨੂੰ ਕਿਵੇਂ ਹਰਾਉਣਾ। ਸਰ ਮੈਂ ਦੇਖਦੀ ਹਾਂ। ਵੈਸੇ ਸਰ ਮੈਂ ਦੇਖਿਆ ਤੁਹਾਨੂੰ, ਤੁਸੀਂ ਬੜੇ ਕੇਅਰਿੰਗ ਤੇ ਵਧੀਆ ਇਨਸਾਨ ਹੋ। ਆਈ ਨੋ ਸਰ ਤੁਸੀਂ ਥੱਕੇ ਹੋਏ ਹੋ ਤੇ ਜੇ ਤੁਸੀਂ ਚਾਹੋ ਤੁਸੀਂ ਘਰ ਜਾ ਸਕਦੇ ਹੋ। ਇਨਫੈਕਟ ਆਪਾਂ ਦੋਨੋਂ ਜਾ ਸਕਦੇ ਹਾਂ। ਫਾਈਲਸ ਸਵੇਰੇ ਕੰਪਲੀਟ ਹੋ ਜਾਣਗੀ, ਮੈਂ ਤੁਹਾਡੀ ਮਦਦ ਕਰ ਦਾਂਗੀ। ਤੁਹਾਨੂੰ ਇਸ ਘਰ 'ਚ ਰਹਿਣ ਦੀ ਇਜਾਜ਼ਤ ਮਿਲੀ ਹੈ, ਮੇਰੇ ਰੂਮ 'ਚ ਨਹੀਂ। ਇਹ ਮੇਰੀ ਸਪੇਸ ਹੈ ਤੇ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰੂੰਗਾ। ਤੁਸੀਂ ਆਪਣਾ ਸਮਾਨ ਲਓ ਤੇ ਜਾ ਕੇ ਗੈਸਟ ਰੂਮ 'ਚ ਸੈਟਲ ਹੋਵੋ। ਤੁਸੀਂ ਮੇਰੇ ਰੂਮ 'ਚ ਤਾਂ ਐਂਟਰ ਕਰਕੇ ਪਰ ਮੈਂ ਤੁਹਾਨੂੰ ਆਪਣੀ ਲਾਈਫ 'ਚ ਐਂਟਰ ਨਹੀਂ ਹੋਣ ਦਊਂਗਾ। ਮੈਂ ਮੂਵ ਔਨ ਕਰ ਚੁੱਕਿਆ ਤੇ ਹੁਣ ਤੁਹਾਡੀ ਜਗ੍ਹਾ ਨਹੀਂ ਹੈ ਮੇਰੀ ਲਾਈਫ 'ਚ। ਤੁਸੀਂ ਆਪਣੀ ਜ਼ਿੰਦਗੀ 'ਚ ਅੱਗੇ ਨਹੀਂ ਵਧੇ। ਜੇਕਰ ਤੁਸੀਂ ਆਪਣੀ ਜ਼ਿੰਦਗੀ 'ਚ ਅੱਗੇ ਵਧੇ ਹੁੰਦੇ ਨਾ ਤੇ ਤੁਸੀਂ ਇਹਨਾਂ ਤਲਾਕ ਦੇ ਕਾਗਜ਼ਾਂ ਤੇ ਕਦੋਂ ਦੇ ਸਾਈਨ ਕਰ ਚੁੱਕੇ ਹੁੰਦੇ। ਉਤੋਂ ਜਿੱਦਾਂ ਤੁਸੀਂ ਇਹ ਕੰਪਨੀ ਅਰਮਾਨ ਤੇ ਸਿੰਪਲ ਦੇ ਨਾਮ ਕਰ ਰਹੇ ਹੋ, ਉਹ ਵੀ ਤੁਸੀਂ ਇਸ ਲਈ ਕਰ ਰਹੇ ਹੋ ਕਿ ਤੁਸੀਂ ਇਹ ਦਿਖਾ ਸਕੋ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਅੱਗੇ ਵਧ ਰਹੇ ਹੋ। ਪਰ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਉਂ ਕਰ ਰਹੇ ਹੋ ਤੁਸੀਂ। ਕਿਉਂਕਿ ਮੈਂ ਤੁਹਾਡੇ ਵਰਗਾ ਨਹੀਂ ਹਾਂ। ਤੁਹਾਨੂੰ ਫਰਕ ਪੈਂਦਾ ਪੈਸਿਆਂ ਨਾਲ ਤੇ ਮਹਿੰਗੀਆਂ ਚੀਜ਼ਾਂ ਦੇ ਨਾਲ। ਤੁਹਾਨੂੰ ਲੱਗਦਾ ਕਿ ਆਹੀ ਸਭ ਕੁਝ ਨਾ ਬੰਦੇ ਦੀ ਪਹਿਚਾਣ ਬਣਾਉਂਦਾ ਹੈ, ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਸ ਪੈਸੇ ਨਾਲ ਜਾਂ ਇਸ ਬਿਜ਼ਨਸ ਦੇ ਨਾਲ। ਤੇ ਤਲਾਕ ਦੇ ਕਾਗਜ਼? ਹਾਂ, ਹੋਣਾ ਤਾਂ ਯਾਰ ਇਹਨਾਂ ਤੇ ਵੀ ਮੈਂ ਸਾਈਨ ਕਰ ਹੀ ਦਿੰਦਾ, ਪਰ ਤੁਸੀਂ ਇੱਥੇ ਨਹੀਂ ਸੀ ਨਾ ਤੇ ਮੈਨੂੰ ਲੱਗਿਆ ਕਿ ਤੁਸੀਂ ਕਦੇ ਨਹੀਂ ਆਓਗੇ। ਫਿਰ ਕੋਈ ਮਤਲਬ ਨਹੀਂ ਬਣਦਾ ਸੀ ਇਹਨਾਂ ਤੇ ਸਾਈਨ ਕਰਨ ਦਾ। ਪਰ ਖੈਰ, ਹੁਣ ਜੇ ਤੁਸੀਂ ਵਾਪਸ ਆ ਹੀ ਗਏ ਹੋ, ਮੈਂ ਇਹਨਾਂ ਤੇ ਵੀ ਸਾਈਨ ਕਰ ਹੀ ਦੂੰਗਾ। ਫਿਰ ਤੁਸੀਂ ਹਮੇਸ਼ਾ ਦੇ ਲਈ ਮੇਰੀ ਜ਼ਿੰਦਗੀ ਚੋਂ ਬਾਹਰ ਹੋਵੋਗੇ। ਮੈਂ ਕਿਤੇ ਨਹੀਂ ਜਾਵਾਂਗੀ ਜਦੋਂ ਤੱਕ ਮੈਨੂੰ ਇਹ ਨਹੀਂ ਪਤਾ ਲੱਗ ਜਾਂਦਾ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਚੁੱਕੇ ਹੋ ਤੇ ਆਪਣੀ ਜ਼ਿੰਦਗੀ ਢੰਗ ਨਾਲ ਜੀ ਰਹੇ ਹੋ। ਤੇ ਉਸ ਲਈ ਤੁਹਾਨੂੰ ਇਸ ਕੰਪਨੀ ਵੱਲ ਧਿਆਨ ਦੇਣਾ ਪਵੇਗਾ, ਜਿਹੜੀ ਕੰਪਨੀ ਤੇ ਤੁਸੀਂ ਤੇ ਮੈਂ ਬਹੁਤ ਮਿਹਨਤ ਕੀਤੀ ਹੈ। ਤੁਹਾਨੂੰ ਇਹ ਕੰਪਨੀ ਅਰਮਾਨ ਤੇ ਸਿੰਪਲ ਕੋਲੋਂ ਵਾਪਸ ਲੈਣੀ ਪਵੇਗੀ। ਮੈਨੂੰ ਕੋਈ ਫਰਕ ਨਹੀਂ ਪੈਂਦਾ ਇਸ ਕੰਪਨੀ ਦੇ ਨਾਲ ਤੇ ਮੈਨੂੰ ਤੁਹਾਡੀ ਕੋਈ ਮਦਦ ਨਹੀਂ ਚਾਹੀਦੀ। ਤੁਹਾਨੂੰ ਮੇਰੀ ਮਦਦ ਲੈਣੀ ਹੀ ਪਵੇਗੀ। ਅੱਛਾ, ਹਾਂ, ਕਿਉਂਕਿ ਇਹ ਸਭ ਮੈਂ ਖਰਾਬ ਕੀਤਾ ਸੀ ਤੇ ਹੁਣ ਸਹੀ ਵੀ ਮੈਂ ਹੀ ਕਰਾਂਗੀ। ਇਹਦਾ ਫੈਸਲਾ ਤੁਸੀਂ ਨਹੀਂ ਕਰੋਗੇ, ਮੈਂ ਕਰਾਂਗਾ। ਮੈਂ ਮੂਵ ਔਨ ਕਰ ਚੁੱਕਿਆ ਤੇ ਇਹਦਾ ਪਤਾ ਤੁਹਾਨੂੰ ਨਾ ਜਲਦੀ ਲੱਗ ਜਾਏਗਾ। ਉਦੋਂ ਤੱਕ ਤੁਸੀਂ ਇਹ ਰੂਮ ਖਾਲੀ ਕਰਕੇ ਜਾ ਸਕਦੇ ਹੋ। ਸਰ ਸਾਰੀਆਂ ਫਾਈਲਸ ਰੈਡੀ ਹੈ। ਜਿਹੜਾ ਵੀ ਇਹਨੂੰ ਵੇਖੂਗਾ ਉਹਨੂੰ ਆਈਡੀਆ ਨਹੀਂ ਹੋਊਗਾ ਕਿ ਇਹ ਸਾਰੀ ਫਾਈਲਸ ਫੇਕ ਹੈ। ਥੈਂਕ ਯੂ ਮਿਨੀ, ਤੂੰ ਰਾਤ ਨੂੰ ਮੈਨੂੰ ਆਪਣੇ ਘਰ ਆਉਣ ਦਿੱਤਾ, ਫਿਰ ਮੇਰੇ ਲਈ ਸਵੇਰੇ ਉੱਠ ਕੇ ਮਾਰਨਿੰਗ ਟੀ ਬਣਾਈ, ਮੈਨੂੰ ਬ੍ਰੇਕਫਾਸਟ ਖਵਾਇਆ। ਹੁਣ ਤੂੰ ਆਫਿਸ 'ਚ ਪਹੁੰਚ ਕੇ ਸਾਰਾ ਕੰਮ ਕਰਤਾ ਮੇਰਾ। ਥੈਂਕ ਯੂ ਸੋ ਮਚ। ਸਰ ਇਹ ਗੱਲ ਤੁਹਾਨੂੰ ਵੀ ਪਤਾ ਹੈ, ਮੈਨੂੰ ਕਿਸੇ ਵੀ ਚੀਜ਼ ਲਈ ਤੁਹਾਨੂੰ ਥੈਂਕਸ ਕਹਿਣ ਦੀ ਲੋੜ ਨਹੀਂ ਹੈ। ਯਾ ਆਈ ਨੋ। ਸਰ सब कुछ रेडी है?
ਕੀ ਹੋਇਆ? ਤੁਸੀਂ ਦੋਵੇਂ ਕੁਝ ਬੋਲ ਕਿਉਂ ਨਹੀਂ ਰਹੇ ਹੋ? ਮੈਂ ਪੁੱਛਿਆ ਫਾਈਲ ਰੈਡੀ ਹੈ? ਤੂੰ ਸੋਲੂਸ਼ਨ ਦਿੰਨੀ ਹੈ ਤੇ ਮੈਂ ਉੱਤੇ ਵਰਕ ਕਰਦਾ ਆ। ਸਭ ਰੈਡੀ ਹੈ। ਗੁੱਡ। ਬਸ ਆਈ ਹੋਪ ਕਿ ਇਹਨਾਂ ਫਾਈਲਸ ਦੇ ਨਾਲ ਤੇ ਸਭ ਡਾਟਾ ਨਾਲ ਨਾ ਅਸੀਂ ਉਸ ਦੇਸ਼ ਨੂੰ ਬੇਵਕੂਫ ਬਣਾ ਦਈਏ ਤੇ ਰਣਵੀਰ ਉਹਦੀ ਇਸੇ ਤਰ੍ਹਾਂ ਮਦਦ ਲੈਣ ਤੋਂ ਮਨਾ ਕਰਦਾ ਰਹੇ। ਹਾਂ, ਇਦਾਂ ਹੀ ਹੋਏਗਾ ਬੇਬੀ। ਤੁਸੀਂ ਇੱਕ ਕੰਮ ਕਰੋ, ਇਹ ਫਾਈਲਸ ਲੈ ਕੇ ਨਾ ਮੇਰੇ ਕੈਬਿਨ 'ਚ ਆ ਜਾਓ। ਹੁਣ ਇਹ ਕਿੰਨੇ ਕੀਤਾ? ਮਲਕੀਤ ਸਿੰਘ ਜੀ, ਮੇਰੀ ਅਲਮਾਰੀ 'ਚੋਂ ਕੱਪੜੇ ਕਿੰਨੇ ਕੱਢੇ ਨੇ? ਇੰਨਾ ਉੱਚੀ ਚਿল্ਲਾਉਣ ਦੀ ਲੋੜ ਨਹੀਂ ਹੈ। ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ। ਮਲਕੀਤ ਸਿੰਘ ਜੀ, ਇਹ ਕੱਪੜੇ ਮੈਂ ਤੁਹਾਡੀ ਅਲਮਾਰੀ ਚੋਂ ਕੱਢੇ ਨੇ ਤੇ ਪ੍ਰੈਸ ਕਰਕੇ ਮੈਂ ਹੀ ਰੱਖੇ ਸੀ। ਮੈਂ ਵਜ੍ਹਾ ਜਾਣ ਸਕਦਾ? ਹਾਂ, ਕਿਉਂਕਿ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦੀ ਸੀ ਕਿ ਤੁਸੀਂ ਤਿਆਰ ਹੋ ਕੇ ਆਫਿਸ ਜਾਣਾ ਹੈ। ਤੁਹਾਨੂੰ ਕੋਈ ਲੋੜ ਨਹੀਂ ਹੈ ਮੇਰੀ ਅਲਮਾਰੀ 'ਚੋਂ ਕੱਪੜੇ ਕੱਢਣ ਦੀ ਜਾਂ ਮੈਨੂੰ ਕੁਝ ਵੀ ਯਾਦ ਕਰਾਉਣ ਦੀ। ਤੁਸੀਂ ਟੈਨਸ਼ਨ ਨਾ ਲਓ, ਮੈਂ ਤੁਹਾਨੂੰ ਆਪਣੇ ਆਪ ਨੂੰ ਆਪਣੀ ਘਰਵਾਲੀ ਮੰਨਣ ਤੇ ਮਜਬੂਰ ਨਹੀਂ ਕਰੂੰਗੀ। ਉਹਦੇ 'ਚ ਹਜੇ ਸਮਾਂ ਹੈ। ਮੈਂ ਤੇ ਬਸ ਇਹ ਚਾਹੁੰਦੀ ਹਾਂ ਕਿ ਤੁਸੀਂ ਜਲਦੀ ਤਿਆਰ ਹੋ ਕੇ ਆਫਿਸ ਜਾਓ ਤੇ ਵਾਪਸ ਤੋਂ ਆਫਿਸ ਦਾ ਧਿਆਨ ਰੱਖੋ ਤੇ ਆਫਿਸ ਦੇ ਕੰਮਾਂ 'ਚ ਵੀ ਧਿਆਨ ਦਿਓ। ਸਾਨੂੰ ਉੱਥੇ ਬਹੁਤ ਕੰਮ ਆ। ਜਿਹੜੀ ਕੰਪਨੀ ਲਈ ਅਸੀਂ ਦਿਨ ਰਾਤ ਮਿਹਨਤ ਕੀਤੀ ਹੈ, ਉਸ ਕੰਪਨੀ ਨੂੰ ਅਸੀਂ ਕਿੱਦਾਂ ਕਿਸੇ ਦੇ ਹੱਥ 'ਚ ਬਰਬਾਦ ਹੁੰਦਿਆਂ ਦੇਖ ਸਕਦੇ ਹਾਂ? ਤੁਹਾਡਾ ਕੋਈ ਹੱਕ ਨਹੀਂ ਹੈ ਮੈਨੂੰ ਇਦਾਂ ਆਰਡਰ ਦੇਣ ਦਾ। ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਇਹ ਮੈਂ ਆਪ ਡਿਸਾਈਡ ਕਰੂੰਗਾ। ਤੁਸੀਂ ਮੇਰੇ ਤੋਂ, ਮੇਰੇ ਰੂਮ 'ਚੋਂ, ਮੇਰੀ ਲਾਈਫ ਤੋਂ ਤੇ ਮੇਰੇ ਬਿਜ਼ਨਸ ਤੋਂ ਨਾ ਦੂਰ ਰਹੋ। ਪਰ ਸਾਡੀਆਂ ਜ਼ਿੰਦਗੀਆਂ ਤੇ ਜੁੜੀਆਂ ਹੋਈਆਂ ਨੇ। ਮੈਂ ਤੁਹਾਨੂੰ ਇੰਨੀ ਤਕਲੀਫ ਦੇ ਵਿੱਚ ਇਕੱਲਿਆਂ ਛੱਡ ਕੇ ਕਿੱਦਾਂ ਚਲੇ ਜਾਵਾਂ? ਇਹਨਾਂ ਪਹਿਲਾਂ ਹੀ ਮੇਰੀ ਲਾਈਫ ਬਹੁਤ ਮੈਸਡ ਅਪ ਕਰ ਚੁੱਕੇ। ਹੁਣ ਤੁਹਾਨੂੰ ਮੇਰੇ ਲਈ ਕੁਝ ਵੀ ਕਰਨ ਦੀ ਨਾ ਕੋਈ ਜ਼ਰੂਰਤ ਨਹੀਂ ਹੈ। ਠੀਕ ਹੈ, ਜੇ ਤੁਸੀਂ ਇਸ ਕੰਪਨੀ ਨੂੰ ਬਚਾਉਣ ਲਈ ਕੁਝ ਨਹੀਂ ਕਰਨਾ ਤੇ ਇਸ ਕੰਪਨੀ ਦੀ ਅਹਿਮ ਸਾਂਝੇਦਾਰੀ ਮੇਰੇ ਨਾਮ ਕਰ ਦਿਓ। ਹੋ ਫਿਰ ਤੁਹਾਨੂੰ ਮੇਰੀ ਕੰਪਨੀ ਦੀ ਪਾਵਰ ਆਫ ਅਟਾਰਨੀ ਚਾਹੀਦੀ ਹੈ। ਹਾਂ, ਕਿਉਂਕਿ ਤੁਸੀਂ ਤਾਂ ਕੁਝ ਕਰ ਨਹੀਂ ਰਹੇ। ਹੋ ਹੁਣ ਮੈਨੂੰ ਸਭ ਕੁਝ ਸਮਝ ਆ ਗਿਆ। ਇਹ ਹੈ ਵਾਪਸ ਆਉਣ ਦੀ ਤੁਹਾਡੀ ਅਸਲੀ ਵਜ੍ਹਾ। ਨਹੀਂ, ਮੇਰੇ ਕੋਲ ਵਾਪਸ ਆਉਣ ਦੇ ਹੋਰ ਵੀ ਬੜੇ ਕਾਰਨ। ਮੈਂ ਤੁਹਾਡੇ ਤੇ ਆਪਣੇ ਵਿਆਹ ਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੀ ਸੀ। ਮੈਂ ਚਾਹੁੰਦੀ ਹਾਂ ਕਿ ਅਸੀਂ ਆਪਣੇ ਰਿਸ਼ਤੇ ਦੀ ਇੱਕ ਨਵੀਂ ਸ਼ੁਰੂਆਤ ਕਰੀਏ ਤੇ ਉਹਦੇ ਨਾਲ ਮੈਂ ਇਸ ਬਿਜ਼ਨਸ ਨੂੰ ਵੀ ਬਚਾਉਣਾ ਚਾਹੁੰਦੀ ਹਾਂ। ਏਦਾਂ ਹਰ ਵਾਰ ਨਾ ਹਰ ਚੀਜ਼ ਤੁਹਾਡੇ ਹਿਸਾਬ ਨਾਲ ਨਹੀਂ ਚੱਲ ਸਕਦੀ। ਜਦੋਂ ਮਰਜ਼ੀ ਚਲੇ ਗਏ, ਜਦੋਂ ਮਰਜ਼ੀ ਆ ਗਏ ਰਿਸ਼ਤਾ ਨਿਭਾਉਣ, ਤੁਸੀਂ ਨਾ ਕੁਝ ਨਹੀਂ ਕਰ ਪਾਓਗੇ। ਨਾ ਤੁਸੀਂ ਇਹ ਰਿਸ਼ਤਾ ਬਚਾ ਪਾਓਗੇ ਤੇ ਨਾ ਹੀ ਇਹ ਕੰਪਨੀ। ਮੈਂ ਸਭ ਕੁਝ ਕਰਕੇ ਰਹੂੰਗੀ। ਗੁੱਡ ਲੱਕ। ਪਰ ਇਸ ਟਾਈਮ ਨਾ ਤੁਸੀਂ ਮੇਰੇ ਰੂਮ ਚੋਂ ਬਾਹਰ ਚੱਲੋ। ਮੈਂ ਤੁਹਾਨੂੰ ਆਪਣੇ ਨੇੜੇ ਤੇੜੇ ਬਰਦਾਸ਼ਤ ਨਹੀਂ ਕਰ ਸਕਦਾ। ਤੁਸੀਂ ਮੈਨੂੰ ਆਪਣੇ ਆਪ ਤੋਂ ਜਿੰਨਾ ਮਰਜ਼ੀ ਦੂਰ ਕਰ ਲਓ, ਪਰ ਮੈਂ ਸਭ ਕੁਝ ਠੀਕ ਕਰਕੇ ਰਹੂੰਗੀ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤਿਆਰ ਹੈ ਫਿਰ? ਹਾਂਜੀ। ਪਰ ਕਿੱਦਾਂ ਤੇ ਕੀ ਕਰੇਂਗੀ? ਉਹ ਤੇ ਤੈਨੂੰ ਆਪਣੇ ਕਮਰੇ 'ਚ ਤੇ ਦੂਰ ਆਪਣੇ ਨੇੜੇ ਵੀ ਨਹੀਂ ਆਉਣ ਦਿੰਦਾ। ਉਹ ਤੇ ਤੇਰੀ ਕੋਈ ਗੱਲ ਵੀ ਨਹੀਂ ਸੁਣਦਾ। ਤੂੰ ਉਹਨੂੰ ਕੀ ਸਮਝਾਵੇਂਗੀ ਜਦੋਂ ਆਪ ਹੀ ਕੁਝ ਸੁਣਨਾ ਨਹੀਂ ਚਾਹੁੰਦਾ? ਉਹਨਾਂ ਨੂੰ ਸੁਣਨਾ ਪਊਗਾ। ਇੱਕ ਨਾ ਇੱਕ ਦਿਨ ਤੇ ਸੁਣਨਗੇ। ਤੇਰਾ ਇਰਾਦਾ ਮੈਨੂੰ ਪੱਕਾ ਲੱਗਦਾ ਹੈ, ਪਰ ਕਿੱਦਾਂ ਕਰੇਂਗੀ? ਮੈਂ ਕੋਈ ਨਾ ਕੋਈ ਤਰੀਕਾ ਲੱਭ ਹੀ ਲਵਾਂਗੀ, ਕਿਉਂਕਿ ਮੈਨੂੰ ਪਤਾ ਹੈ ਕਿ ਉਹਨਾਂ ਦੇ ਦਿਲ ਵਿੱਚ ਹਾਲੇ ਵੀ ਮੇਰੇ ਲਈ ਜਜ਼ਬਾਤ ਨੇ। ਕੰਪਨੀ ਲਈ ਵੀ ਉਹਨਾਂ ਦੇ ਦਿਲ ਵਿੱਚ ਉਹੀ ਜਗ੍ਹਾ ਹੈ। ਉਹ ਇਦਾਂ ਕੰਪਨੀ ਨੂੰ ਬਰਬਾਦ ਹੁੰਦਿਆਂ ਨਹੀਂ ਦੇਖ ਸਕਦੇ। ਇੱਥੇ ਤੂੰ ਗਲਤ ਆ। ਉਹਦੇ ਦਿਲ 'ਚ ਕਿਸੇ ਲਈ ਕੁਝ ਨਹੀਂ ਬਚਿਆ।
ਉਹ ਆਪਣੇ ਆਪ ਨੂੰ ਸਾਰਿਆਂ ਤੋਂ ਦੂਰ ਕਰ ਚੁੱਕਿਆ ਹੈ। ਉਹਦਾ ਦਿਲ ਬਹੁਤ ਪੱਕਾ ਹੋ ਚੁੱਕਿਆ ਹੈ। ਉਹਦੇ ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੁੰਦਾ। ਇਦਾਂ ਲੱਗਦਾ ਹੈ ਕਿ ਉਹਦਾ ਦਿਲ ਪੱਥਰ ਦਾ ਹੋ ਚੁੱਕਿਆ ਹੈ। ਮਾਸੀ ਜੀ, ਇਹ ਤੇ ਤੁਹਾਨੂੰ ਵੀ ਪਤਾ ਹੈ ਤੇ ਮੈਨੂੰ ਵੀ ਪਤਾ ਹੈ ਕਿ ਉਹਨਾਂ ਦੇ ਦਿਲ ਤੇ ਗਹਿਰੀ ਸੱਟ ਲੱਗੀ ਹੈ। ਇਹ ਉਹਨਾਂ ਦੇ ਦਿਲ ਦਾ ਦਰਦ ਹੈ ਜੋ ਇਸ ਵੇਲੇ ਕਿਸੇ ਦੇ ਨਹੀਂ ਸੁਣ ਰਿਹਾ। ਤੇ ਸਾਨੂੰ ਦੋਨਾਂ ਨੂੰ ਪਤਾ ਹੈ ਕਿ ਦਿਲ ਦਾ ਦਰਦ ਤੇ ਦਿਲ ਦਾ ਟੁੱਟਣਾ ਕਾਫੀ ਹੁੰਦਾ ਹੈ ਕਿਸੇ ਵੀ ਇਨਸਾਨ ਦਾ ਸਾਰਿਆਂ ਤੋਂ ਦੂਰ ਜਾਣ ਲਈ, ਖਾਸ ਕਰਕੇ ਉਹ ਜਿਹਨੂੰ ਪਿਆਰ ਕਰਦਾ ਹੋਵੇ। ਉਹਨਾਂ ਕੋਲ ਇਹ ਰਾਹ ਤੇ ਹੈ, ਉਹ ਮੈਨੂੰ ਛੱਡ ਕੇ ਅੱਗੇ ਵੱਧ ਸਕਦੇ ਨੇ, ਪਰ ਉਹਨਾਂ ਦਾ ਮੇਰੇ ਤੇ ਗੁੱਸੇ ਕਰਕੇ ਮੈਂ ਉਹਨਾਂ ਨੂੰ ਇਹ ਕੰਪਨੀ ਬਰਬਾਦ ਕਰਨ ਨਹੀਂ ਦਊਂਗੀ। ਮੈਨੂੰ ਪਹਿਲਾਂ ਹੀ ਬਹੁਤ ਪਛਤਾਵਾ ਹੈ ਇਹ ਸਭ ਦਾ। ਹੁਣ ਕੰਪਨੀ ਦੇ ਡੁੱਬਣ ਦਾ ਦੋਸ਼ ਮੈਂ ਸਹਿ ਨਹੀਂ ਪਾਉਂਗੀ। ਪਰ ਤੈਨੂੰ ਬਹੁਤ ਮਿਹਨਤ ਕਰਨੀ ਪੈਣੀ ਆ। ਟਰਾਈ ਹਾਰਡ। ਜੀ ਹਾਂ ਮਾਸੀ ਜੀ, ਹੁਣ ਮੈਨੂੰ ਜਿੰਨਾ ਮਰਜ਼ੀ ਉਹ ਆਪਣੇ ਤੋਂ ਦੂਰ ਧਕੇਲਣ, ਪਰ ਮੈਂ ਉਦੋਂ ਤੱਕ ਉਹਨਾਂ ਦਾ ਪਿੱਛਾ ਨਹੀਂ ਛੱਡਾਂਗੀ ਜਦੋਂ ਤੱਕ ਉਹ ਵਾਪਸ ਤੋਂ ਕੰਪਨੀ ਦੀ ਜ਼ਿੰਮੇਵਾਰੀ ਆਪਣੇ ਹੱਥਾਂ 'ਚ ਲੈਣ ਲਈ ਮੰਨ ਨਹੀਂ ਜਾਂਦਾ।